Attention Outlook। कौन को पूत पिता को काको, कौन मरै को दे संतापो। किस दा कोई पुत्तर है, किस दा कोई प्यो है। भाव कि कौन किसे दा पुत्तर है, कौन किसे दा प्यो है। ये सारी खेड ते उस परमात्मा दी रची हुई है। इस गल नूं थोड़े होर विस्तार दे विच इसे शब्द दे अखीर दे विच करते हैं। फिलहाल ਦੇ ਲਈ ਸਿਰਫ ਇਹ ਜਾਣ ਲਈਏ ਕਿ ਕੌਣ ਕਿਸੇ ਦਾ ਪੁੱਤਰ ਹੈ, ਕੌਣ ਕਿਸੇ ਦਾ ਪਿਓ ਹੈ, ਕੌਣ ਮਰਦਾ ਹੈ ਤੇ ਕੌਣ ਦੂਜਿਆਂ ਨੂੰ ਸੰਤਾਪ ਦਿੰਦਾ ਹੈ, ਕਲੇਸ਼ ਦਿੰਦਾ ਹੈ। ਹਰ ਠੱਗ ਜਗ ਕੋ ਠਗੌਰੀ ਲਾਈ, ਹਰ ਕੇ ਵਿਯੋਗ ਕੈਸੇ ਜਿਉ ਮੇਰੀ ਮਾਈ ਰਹਾਉ। ਪ੍ਰਭੂ ਠੱਗ ਨੇ ਜਗਤ ਦੇ ਜੀਵਾਂ ਨੂੰ ਮੋਹ ਰੂਪ ਠੱਗ ਬੂਟੀ ਲਾਈ ਹੋਈ ਹੈ। ਜੋ ਜੀਵ ਹਨ ਉਹ ਸੰਬੰਧੀਆਂ ਦੇ ਮੋਹ ਦੇ ਵਿੱਚ ਫਸੇ ਰਹਿੰਦੇ ਹਨ, ਪ੍ਰਭੂ ਨੂੰ ਭੁੱਲੇ ਰਹਿੰਦੇ ਹਨ, ਇਸੇ ਕਾਰਨ ਹੀ ਸੰਤਾਪ ਦੇ ਵਿੱਚ ਰਹਿੰਦੇ ਹਨ। ਪਰ ਇਹ ਮੇਰੀ ਮਾਂ ਕਬੀਰ ਜੀ ਕਹਿੰਦੇ ਕਿ ਇਸ ਠੱਗ ਬੂਟੀ ਦੇ ਵਿੱਚ ਮੈਂ ਨਹੀਂ ਫਸਿਆ, ਕਿਉਂਕਿ ਮੈਂ ਪ੍ਰਭੂ ਤੋਂ ਵਿਛੜ ਕੇ ਜਿਉਂ ਹੀ ਨਹੀਂ ਸਕਦਾ। ਕੌਣ ਕੋ ਪੁਰਖ ਕੌਣ ਕੀ ਨਾਰੀ, ਇਆ ਤਤ ਲੇਹੋ ਸਰੀਰ ਵਿਚਾਰੀ। ਜਿਸ ਪ੍ਰਕਾਰ ਪਹਿਲਾਂ ਪੁੱਤਰ ਅਤੇ ਪਿਓ ਦੀ ਗੱਲ ਹੋਈ, ਉਸੇ ਪ੍ਰਕਾਰ ਹੀ ਇਸ ਵਕਤ ਪਤਨੀ ਅਤੇ ਪਤੀ ਦੀ ਗੱਲ ਹੋ ਰਹੀ ਹੈ ਕਿ ਕੌਣ ਕਿਸੇ ਦੀ ਪਤਨੀ ਹੈ ਤੇ ਕੌਣ ਕਿਸੇ ਦਾ ਪਤੀ ਹੈ। ਇਹ ਰਿਸ਼ਤਾ ਵੀ ਪ੍ਰਮਾਤਮਾ ਦੀ ਰਚਾਈ ਹੋਈ ਇੱਕ ਖੇਡ ਹੈ। ਇਸ ਗੱਲ ਨੂੰ, ਇਸ ਅਸਲੀਅਤ ਨੂੰ ਇਸ ਮਨੁੱਖੇ ਸਰੀਰ ਦੇ ਵਿੱਚ ਰਹਿ ਕੇ ਹੀ ਅਸੀਂ ਸਮਝ ਸਕਦੇ ਹਾਂ। ਕਹਿ ਕਬੀਰ ਠੱਗ ਸਿਉ ਮਨ ਮਾਨਿਆ, ਗਈ ਠਗੌਰੀ ਠੱਗ ਪਹਿਚਾਨਿਆ। ਕਬੀਰ ਆਖਦਾ ਹੈ, ਜਿਸ ਜੀਵ ਦਾ ਮਨ ਠੱਗ ਬੂਟੀ ਨਹੀਂ, ਉਹਨੂੰ ਬਣਾਉਣ ਵਾਲੇ ਠੱਗ ਯਾਨੀ ਕਿ ਪ੍ਰਮਾਤਮਾ ਦੇ ਨਾਲ ਮੰਨ ਗਿਆ, ਨਾਲ ਇੱਕਮਿਕ ਹੋ ਗਿਆ, ਉਹਦੇ ਵਾਸਤੇ ਠੱਗ ਬੂਟੀ ਸਮਝ ਲਓ ਕਿ ਮੁੱਕ ਗਈ, ਕਿਉਂਕਿ ਉਸਨੇ ਇਸ ਬੂਟੀ ਨੂੰ ਪੈਦਾ ਕਰਨ ਵਾਲੇ ਪ੍ਰਮਾਤਮਾ ਦੇ ਨਾਲ ਹੀ ਸਾਂਝ ਪਾ ਲਈ, ਪ੍ਰਮਾਤਮਾ ਨੂੰ ਹੀ ਪਛਾਣ ਲਿਆ। ਹੁਣ ਇਸ ਪੂਰੇ ਸ਼ਬਦ ਦੇ ਵਿੱਚ ਜੋ ਭਾਵ ਹੈ ਉਹ ਕੀ ਹੈ? ਅਕਸਰ ਜੋ ਸਾਡਾ ਜੀਵਨ ਹੈ ਉਹਦੇ ਵਿੱਚ ਅਸੀਂ ਸੋਚਦੇ ਹਾਂ ਕਿ ਇਹ ਮੇਰਾ ਪੁੱਤਰ ਹੈ, ਇਹ ਮੇਰਾ ਪਿਓ ਹੈ, ਇਹ ਮੇਰੀ ਪਤਨੀ ਹੈ, ਇਹ ਮੇਰਾ ਪਤੀ ਹੈ, ਮੇਰਾ ਮੈਂ। ਅਸੀਂ ਇੱਕ ਦੂਜੇ ਦੇ ਨਹੀਂ, ਅਸੀਂ ਸਾਰੇ ਉਸ ਪਰਮਾਤਮਾ ਦੇ ਹਾਂ। ਇਸ ਸ਼ਬਦ ਦੇ ਵਿੱਚੋਂ ਸਮਝਣ ਵਾਲਾ ਅਰਥ ਇਹ ਹੈ ਕਿ ਸਭ ਕੁਝ, ਸਾਰੇ ਜੀਵ ਉਸ ਪਰਮਾਤਮਾ ਦੇ ਬਣਾਏ ਹੋਏ ਨੇ, ਅਸੀਂ ਸਾਰੇ ਉਸ ਪਰਮਾਤਮਾ ਦੇ। ਠੀਕ ਹੈ, ਦੁਨੀਆਦਾਰੀ ਹੈ, ਦੁਨੀਆਦਾਰੀ ਦੇ ਵਿੱਚ ਇਹ ਰਿਸ਼ਤੇ ਨੇ। ਇੱਕ ਜੋ ਪੰਕਤੀ ਆਈ ਕਿ ਹਰ ਕੇ ਵਿਯੋਗ ਕੈਸੇ ਜੀਓ ਮੇਰੀ ਮਾਈ, ਕਿ ਮੈਂ ਪ੍ਰਮਾਤਮਾ ਤੋਂ ਵਿਛੜ ਕੇ ਕਿਵੇਂ ਜਿਉਵਾਂ। ਦੋ ਹੀ ਗੱਲਾਂ ਹੋ ਸਕਦੀਆਂ ਨੇ, ਜਾਂ ਤੇ ਅਸੀਂ ਸਕੇ ਸੰਬੰਧੀਆਂ ਦੇ ਮੋਹ ਦੇ ਵਿੱਚ ਪੈ ਜਾਈਏ ਤੇ ਜਾਂ ਅਸੀਂ ਪ੍ਰਮਾਤਮਾ ਦੇ ਮੋਹ ਦੇ ਵਿੱਚ ਪੈ ਜਾਈਏ। ਜੇ ਸਕੇ ਸੰਬੰਧੀਆਂ ਦੇ ਮੋਹ ਦੇ ਵਿੱਚ ਪਵਾਂਗੇ ਤਾਂ ਜਦੋਂ ਉਹ ਸਾਡੇ ਤੋਂ ਖੁੱਸਣਗੇ, ਸਾਨੂੰ ਦਰਦ ਵੀ ਹੋਏਗਾ, ਸਾਡੇ ਅੰਦਰ ਕਲੇਸ਼ ਵੀ ਹੋਏਗਾ, ਸੰਤਾਪ ਵੀ ਹੋਏਗਾ। ਪਰ ਜੇ ਅਸੀਂ ਪ੍ਰਮਾਤਮਾ ਦੇ ਨਾਲ ਮੋਹ ਪਾ ਲਈਏ ਤੇ ਉਹ ਕਦੇ ਸਾਡੇ ਤੋਂ ਖੁੱਸਣਾ ਹੀ ਨਹੀਂ, ਤਾਂ ਸਾਨੂੰ ਕਦੇ ਸੰਤਾਪ ਵੀ ਨਹੀਂ ਹੋਣਾ। ਸੋ ਇਹ ਸਮਝੀਏ ਕਿ ਇਹ ਰਿਸ਼ਤੇ ਦੁਨੀਆਦਾਰੀ ਦੀ ਖਾਤਰ ਠੀਕ ਹਨ, ਹੋਣੇ ਚਾਹੀਦੇ ਨੇ, ਹੈਗੇ ਵੀ ਨੇ, ਪਰ ਇੱਥੇ ਕੋਈ ਵੀ ਸਾਡਾ ਨਹੀਂ, ਮੇਰਾ ਨਹੀਂ, ਮੈਂ ਇਹਨਾਂ ਰਿਸ਼ਤਿਆਂ ਦੇ ਵਿੱਚ ਨਹੀਂ ਆਉਣੀ ਚਾਹੀਦੀ ਕਿ ਇਹ ਮੇਰਾ ਹੈ, ਬਲਕਿ ਇਹ ਸੋਚਣਾ ਚਾਹੀਦਾ ਹੈ ਕਿ ਇਹ ਪ੍ਰਮਾਤਮਾ ਦਾ ਹੈ, ਮੈਂ ਵੀ ਪ੍ਰਮਾਤਮਾ ਦਾ ਹਾਂ, ਇਹ ਵੀ ਪ੍ਰਮਾਤਮਾ ਦਾ ਹੈ। ਅਬ ਮੋਕਉ ਭਏ ਰਾਜਾ ਰਾਮ ਸਹਾਈ, ਜਨਮ ਮਰਨ ਕੱਟ ਪਰਮਗਤ ਪਾਈ ਰਹਾਉ। ਕਬੀਰ ਜੀ ਕਹਿੰਦੇ ਕਿ ਹੁਣ ਰਾਜਾ ਰਾਮ ਮੇਰੇ ਸਹਾਈ ਬਣ ਗਏ ਨੇ, ਮੇਰੇ ਮਦਦਗਾਰ ਬਣ ਗਏ ਨੇ। ਰਾਜਾ ਰਾਮ ਤੋਂ ਭਾਵ ਹਰ ਥਾਂ ਚਾਨਣ ਕਰਨ ਵਾਲਾ ਪ੍ਰਮਾਤਮਾ। ਕਿਉਂਕਿ ਪ੍ਰਮਾਤਮਾ ਮੇਰਾ ਮਦਦਗਾਰ ਬਣ ਗਿਆ ਹੈ, ਇਸ ਲਈ ਮੇਰੀ ਜਨਮ ਮਰਨ ਦੀ ਬੇੜੀ ਕੱਟੀ ਗਈ ਹੈ ਤੇ ਉੱਚੀ ਆਤਮਿਕ ਅਵਸਥਾ ਪਰਮਗਤ ਮੈਨੂੰ ਹਾਸਲ ਹੋ ਗਈ ਹੈ। ਸਾਧੂ ਸੰਗਤ ਦਿਓ ਰਲਾਏ, ਪੰਚ ਦੂਤ ਤੇ ਲਿਓ ਛਡਾਏ। ਪ੍ਰਮਾਤਮਾ ਨੇ ਆਪਣੀ ਬਖਸ਼ਿਸ਼ ਕਰਕੇ ਮੈਨੂੰ ਸਤ ਸੰਗਤ ਦੇ ਵਿੱਚ ਰਲਾ ਦਿੱਤਾ ਹੈ, ਕਾਮ ਆਦਿਕ ਪੰਜਾਂ ਵੈਰੀਆਂ ਤੋਂ ਮੈਨੂੰ ਬਚਾ ਲਿਆ ਹੈ। ਅੰਮ੍ਰਿਤ ਨਾਮ ਜਪੋ ਜਪ ਰਸਨਾ, ਅਮੋਲ ਦਾਸ ਕਰ ਲੀਨੋ ਆਪਣਾ। ਹੁਣ ਮੈਂ ਆਪਣੀ ਜੀਵ ਦੇ ਨਾਲ ਅੰਮ੍ਰਿਤ ਰੂਪੀ ਨਾਮ ਜਪਦਾ ਰਹਿੰਦਾ ਹਾਂ। ਪ੍ਰਮਾਤਮਾ ਨੇ ਮੈਨੂੰ ਆਪਣਾ ਅਮੋਲ ਦਾਸ ਬਣਾ ਲਿਆ ਹੈ। ਅਮੋਲ ਤੋਂ ਭਾਵ ਬਿਨਾਂ ਮੁੱਲ ਦੇ, ਬਿਨਾਂ ਕਿਸੇ ਤਨਖਾਹ ਦੇ ਪ੍ਰਮਾਤਮਾ ਨੇ ਮੈਨੂੰ ਆਪਣਾ ਦਾਸ ਬਣਾ ਲਿਆ ਹੈ। ਸਤਿਗੁਰ ਕੀਨੋ ਪਰ ਉਪਕਾਰ, ਕਾਢ ਲੀਨ ਸਾਗਰ ਸੰਸਾਰ। ਸਤਿਗੁਰੂ ਨੇ ਮੇਰੇ ਉੱਤੇ ਬੜੀ ਮਿਹਰ ਕੀਤੀ ਹੈ, ਮੈਨੂੰ ਉਸਨੇ ਸੰਸਾਰ ਸਮੁੰਦਰ ਵਿੱਚੋਂ ਕੱਢ ਲਿਆ ਹੈ। ਚਰਨ ਕਮਲ ਸਿਓ ਲਾਗੀ ਪ੍ਰੀਤ,
ਗੋਬਿੰਦ ਬਸੈ ਨਿਤਾ ਨਿਤ ਚੀਤ। ਹੁਣ ਮੇਰੀ ਪ੍ਰਭੂ ਦੇ ਸੋਹਣੇ ਚਰਨਾਂ ਦੇ ਨਾਲ ਪ੍ਰੀਤ ਬਣ ਗਈ ਹੈ। ਪ੍ਰਭੂ ਹਰ ਵੇਲੇ ਮੇਰੇ ਚਿੱਤ ਵਿੱਚ ਵਸ ਰਿਹਾ ਹੈ। ਮਾਇਆ ਤਪਤ ਬੁਝਿਆ ਅੰਗਿਆਰ, ਮਨ ਸੰਤੋਖ ਨਾਮ ਆਧਾਰ। ਹੁਣ ਮੇਰੇ ਅੰਦਰੋਂ ਮਾਇਆ ਵਾਲੀ ਸੜਨ ਮਿਟ ਗਈ ਹੈ। ਮੇਰੇ ਅੰਦਰ ਬਲਦਾ ਹੋਇਆ ਮਾਇਆ ਦਾ ਭਾਂਬੜ ਬੁਝ ਗਿਆ ਹੈ। ਮੇਰੇ ਮਨ ਦੇ ਵਿੱਚ ਸੰਤੋਖ ਆ ਗਿਆ ਹੈ, ਸਬਰ ਆ ਗਿਆ ਹੈ ਤੇ ਪ੍ਰਮਾਤਮਾ ਦਾ ਨਾਮ ਮੇਰੇ ਜੀਵਨ ਦਾ ਆਧਾਰ ਬਣ ਗਿਆ ਹੈ। ਜਲ ਥਲ ਪੂਰ ਰਹੇ ਪ੍ਰਭ ਸੁਆਮੀ, ਜਤ ਪੇਖੋ ਤਤ ਅੰਤਰ ਜਾਮੀ। ਮਾਲਕ ਪ੍ਰਮਾਤਮਾ ਜਲ ਵਿੱਚ ਵੀ ਅਤੇ ਥਲ ਵਿੱਚ ਵੀ ਸੰਪੂਰਨ ਹੈ, ਹਰ ਥਾਂ ਵਸ ਰਿਹਾ ਹੈ। ਮੈਂ ਜਿੱਧਰ ਵੀ ਵੇਖਦਾ ਹਾਂ, ਜੀਵਾਂ ਦੇ ਦਿਲ ਦੀ ਜਾਣਨ ਵਾਲਾ ਪ੍ਰਮਾਤਮਾ ਮੈਨੂੰ ਉਧਰ ਹੀ ਨਜ਼ਰ ਆਉਂਦਾ ਹੈ। ਆਪਣੀ ਭਗਤ ਆਪ ਹੀ ਦ੍ਰਿੜਾਈ, ਪੂਰਬ ਲਿਖਤ ਮਿਲਿਆ ਮੇਰੇ ਭਾਈ। ਪ੍ਰਭੂ ਨੇ ਆਪ ਹੀ ਆਪਣੀ ਭਗਤੀ ਮੇਰੇ ਹਿਰਦੇ ਦੇ ਵਿੱਚ ਪੱਕੀ ਕੀਤੀ ਹੈ। ਹੇ ਮੇਰੇ ਪਿਆਰੇ ਵੀਰ, ਮੈਨੂੰ ਤਾਂ ਪਿਛਲੇ ਜਨਮਾਂ ਦੇ ਕੀਤੇ ਕਰਮਾਂ ਦਾ ਲੇਖਾ ਮਿਲ ਪਿਆ ਹੈ। ਮੇਰੇ ਭਾਗ ਜਾਗ ਪਏ ਹਨ, ਜਿਸ ਕਿਰਪਾ ਕਰੇ ਤਿਸ ਪੂਰਨ ਸਾਜ। ਕਬੀਰ ਕੋ ਸੁਆਮੀ ਗਰੀਬ ਨਿਵਾਜ। ਜਿਸ ਜੀਵ ਉੱਪਰ ਵੀ ਪ੍ਰਮਾਤਮਾ ਕਿਰਪਾ ਕਰਦਾ ਹੈ, ਮਿਹਰ ਕਰਦਾ ਹੈ, ਉਹਦੇ ਲਈ ਅਜਿਹਾ ਸੋਹਣਾ ਸਬੱਬ ਬਣਾ ਦਿੰਦਾ ਹੈ ਕਿ ਆਪਣਾ ਨਾਮ ਬਖਸ਼ ਦਿੰਦਾ ਹੈ। ਕਬੀਰ ਦਾ ਖਸਮ ਪ੍ਰਭੂ ਗਰੀਬਾਂ ਨੂੰ ਨਿਵਾਜਣ ਵਾਲਾ ਹੈ। ਕਬੀਰ ਕੋ ਸੁਆਮੀ ਗਰੀਬ ਨਿਵਾਜ। ਜਲ ਹੈ ਸੂਤਕ ਥਲ ਹੈ ਸੂਤਕ, ਸੂਤਕ ਓਪਤ ਹੋਈ। ਜਨਮੇ ਸੂਤਕ ਮੂਏ ਫੁਨ ਸੂਤਕ, ਸੂਤਕ ਪਰਜ ਵਿਗੋਈ। ਸੂਤਕ ਉਸ ਵਰਤਾਰੇ ਨੂੰ ਕਿਹਾ ਜਾਂਦਾ ਹੈ ਜਿਸ ਦੇ ਅਧੀਨ, ਜਿਸ ਘਰ ਦੇ ਵਿੱਚ ਨਵਾਂ ਬਾਲ ਜੰਮ ਪਵੇ, ਜਨਮ ਹੋ ਜਾਏ ਕਿਸੇ ਬਾਲ ਦਾ, ਤਾਂ 13 ਦਿਨਾਂ ਦੇ ਲਈ ਉਸ ਘਰ ਨੂੰ ਅਪਵਿੱਤਰ ਮੰਨਿਆ ਜਾਂਦਾ ਹੈ। ਜਾਂ ਫਿਰ ਜੇ ਉਸ ਘਰ ਦੇ ਵਿੱਚ ਜਾਂ ਕਿਸੇ ਵੀ ਘਰ ਦੇ ਵਿੱਚ ਮੌਤ ਹੋ ਜਾਵੇ, ਤਾਂ ਜਦ ਤੱਕ ਕਿਰਿਆ ਕਰਮ ਸਮਾਪਤ ਨਹੀਂ ਹੋ ਜਾਂਦਾ, ਜਾਂ ਆਪਣੇ ਮਤ ਦੇ ਹਿਸਾਬ ਨਾਲ, ਸਿੱਖ ਮਤ ਦੇ ਹਿਸਾਬ ਨਾਲ ਦੇਖੀਏ ਤਾਂ ਭੋਗ ਨਹੀਂ ਪੈ ਜਾਂਦਾ, ਉਦੋਂ ਤੱਕ ਸੂਤਕ ਮੰਨਿਆ ਜਾਂਦਾ। ਇਹ ਪ੍ਰਕਿਰਿਆ ਇੱਕ ਵਰਤਾਰਾ ਹੈ, ਜਾਂ ਕਹਿ ਲਈਏ ਕਿ ਇੱਕ ਭਰਮ ਹੈ, ਜੋ ਹਿੰਦੂ ਮਤ ਦੇ ਵਿੱਚ ਪ੍ਰਚਲਿਤ ਹੈ। ਸੋ ਜਨਮੇ ਸੂਤਕ ਮੂਏ ਫੁਨ ਸੂਤਕ। ਜਨਮ ਦੇ ਨਾਲ ਵੀ ਸੂਤਕ ਪੈਦਾ ਹੋ ਜਾਂਦਾ ਹੈ, ਮਰਨ ਦੇ ਨਾਲ ਵੀ ਸੂਤਕ ਪੈਦਾ ਹੋ ਜਾਂਦਾ ਹੈ। ਸੂਤਕ ਪਰਜ ਵਿਗੋਈ। ਇਸ ਸੂਤਕ ਦੇ ਭਰਮ ਦੇ ਵਿੱਚ ਦੁਨੀਆ ਖੁਆਰ ਹੋ ਰਹੀ ਹੈ। ਤੇ ਪਹਿਲੀ ਪੰਕਤੀ ਦੇ ਵਿੱਚ ਕਬੀਰ ਜੀ ਜੋ ਦੱਸ ਰਹੇ ਨੇ ਉਹ ਇਹ, ਜਲ ਹੈ ਸੂਤਕ ਥਲ ਹੈ ਸੂਤਕ, ਸੂਤਕ ਓਪਤ ਹੋਈ, ਕਿ ਪਾਣੀ ਵਿੱਚ ਵੀ ਸੂਤਕ ਹੈ, ਧਰਤੀ ਉੱਤੇ ਵੀ ਸੂਤਕ ਹੈ, ਹਰ ਥਾਂ ਸੂਤਕ ਦੀ ਉਤਪੱਤੀ ਹੈ। ਕਾਰਨ ਕੀ ਹੈ? ਕਿਵੇਂ ਹਰ ਥਾਂ ਸੂਤਕ ਦੀ ਉਤਪੱਤੀ ਹੋਈ? ਜਦੋਂ ਇੱਕ ਘਰ ਦੇ ਵਿੱਚ ਜਨਮ ਜਾਂ ਮੌਤ ਹੋਏ ਤੇ ਪੰਡਤ ਕਹਿ ਦਿੰਦਾ ਹੈ ਕਿ ਇਸ ਘਰ ਦੇ ਵਿੱਚ ਸੂਤਕ ਲੱਗ ਗਿਆ ਹੈ, ਸੂਤਕ ਆ ਪਿਆ ਹੈ, ਤਾਂ ਇਹ ਜੋ ਧਰਤੀ ਹੈ, ਧਰਤੀ ਦੇ ਉੱਪਰ ਜੋ ਸਮੁੰਦਰ ਹਨ, ਜਲ ਦੇ ਸਰੋਤ ਹਨ, ਇਹ ਵੀ ਅਨੇਕਾਂ ਹੀ ਜੀਵਾਂ ਦੇ ਲਈ ਘਰ ਹੈ। ਤੇ ਇਹਨਾਂ ਦੇ ਵਿੱਚ, ਪਾਣੀ ਦੇ ਵਿੱਚ ਵੀ, ਧਰਤੀ ਤੇ ਵੀ ਹਰ ਸਕਿੰਟ ਜਨਮ ਤੇ ਮੌਤ ਹੋ ਰਿਹਾ ਹੈ। ਤਾਂ ਇਹਦਾ ਮਤਲਬ ਪਾਣੀ ਵੀ ਸੂਤਕ ਹੋ ਗਿਆ, ਪਾਣੀ ਵੀ ਅਪਵਿੱਤਰ ਹੋ ਗਿਆ, ਧਰਤੀ ਵੀ ਅਪਵਿੱਤਰ ਹੋ ਗਈ। ਤੇ ਇਹ ਅਪਵਿੱਤਰਤਾ ਨਿਰੰਤਰ ਚੱਲਦੀ ਆ ਰਹੀ ਹੈ, ਕਿਉਂਕਿ ਇੱਕ ਘਰ ਦੀ ਜੇ ਅਸੀਂ ਗੱਲ ਕਰੀਏ ਤੇ ਉੱਥੇ ਜਨਮ ਮੌਤ ਹਰ ਵਕਤ ਤੇ ਹੁੰਦੀ ਨਹੀਂ ਰਹੇਗੀ। ਜਨਮ ਤੋਂ 13 ਦਿਨ ਬਾਅਦ ਸੂਤਕ ਖਤਮ ਹੋ ਸਕਦਾ ਹੈ, ਚਲੋ ਮੰਨ ਲਿਆ, ਪਰ ਜੋ ਧਰਤੀ ਹੈ, ਪਾਣੀ ਹੈ, ਇੱਥੇ ਤੇ ਜੀਵ ਜੰਮਦੇ ਮਰਦੇ ਹੀ ਰਹਿੰਦੇ ਨੇ। ਇੱਥੇ ਤੇ ਫਿਰ ਸੂਤਕ ਕਦੇ ਖਤਮ ਹੀ ਨਾ ਹੋਵੇ। ਧਰਤੀ, ਪਾਣੀ ਤੇ ਬਲਕਿ ਇਹ ਸਾਰੀ ਸ੍ਰਿਸ਼ਟੀ ਤੇ ਫਿਰ ਅਪਵਿੱਤਰ ਹੀ ਰਹੇ, ਇੱਥੇ ਤੇ ਸੂਤਕ ਲੱਗਿਆ ਹੀ ਰਹੇ। ਕਹੋ ਰੇ ਪੰਡਿਆ ਕੌਣ ਪਵੀਤਾ, ਐਸਾ ਗਿਆਨ ਜਪੋ ਮੇਰੇ ਮੀਤਾ ਰਹਾਓ। ਤਾਂ ਫਿਰ ਹੇ ਪਿਆਰੇ ਮਿੱਤਰ, ਹੇ ਪਿਆਰੇ ਪੰਡਤ, ਇਸ ਗੱਲ ਨੂੰ ਗਹੁ ਨਾਲ ਵਿਚਾਰ ਤੇ ਦੱਸ ਕਿ ਜਦੋਂ ਹਰ ਥਾਂ ਹੀ ਸੂਤਕ ਪੈ ਰਿਹਾ ਹੈ, ਤਾਂ ਫਿਰ ਸੁੱਚਾ ਕੌਣ ਹੋਇਆ, ਪਵਿੱਤਰ ਕੌਣ ਹੋਇਆ? ਸਿਰਫ ਧਰਤੀ ਤੇ ਜਲ ਦੀ ਗੱਲ ਨਹੀਂ, ਸ੍ਰਿਸ਼ਟੀ ਦੀ ਗੱਲ ਨਹੀਂ, ਅਗਲੀਆਂ ਪੰਕਤੀਆਂ ਦੇ ਵਿੱਚ ਸਾਡੇ ਆਪ ਦੇ ਸਰੀਰ ਦੀ ਗੱਲ ਕਰਦੇ ਨੇ। ਕਬੀਰ ਜੀ ਕਹਿੰਦੇ, ਨੈਨੋ ਸੂਤਕ ਬੈਨੋ ਸੂਤਕ, ਸੂਤਕ ਸ਼ਰਵਣੀ ਹੋਈ, ਉਠਤ ਬੈਠਤ ਸੂਤਕ ਲਾਗੈ, ਸੂਤਕ ਪਰੈ ਰਸੋਈ। ਹੁਣ ਜੋ ਸਾਡਾ ਸਰੀਰ ਹੈ, ਸਾਡੇ ਸਰੀਰ ਦੇ ਉੱਪਰ ਅਨੇਕਾਂ ਹੀ ਸੂਖਮ ਜੀਵ ਤੁਰਦੇ ਫਿਰਦੇ ਰਹਿੰਦੇ ਨੇ, ਜੋ ਸਾਨੂੰ ਆਪਣੀਆਂ
ਨੰਗੀਆਂ ਅੱਖਾਂ ਦੇ ਨਾਲ ਦਿਖ ਨਹੀਂ ਸਕਦੇ, ਉਹ ਇੰਨੇ ਮਹੀਨ ਹੁੰਦੇ, ਬੈਕਟੀਰੀਆ ਆਦਿਕ। ਤਾਂ ਕਬੀਰ ਜੀ ਕਹਿੰਦੇ ਕਿ ਸਾਡੀਆਂ ਅੱਖਾਂ ਦੇ ਵਿੱਚ ਵੀ ਫਿਰ ਸੂਤਕ ਹੋਇਆ, ਕਿਉਂਕਿ ਅੱਖਾਂ ਦੇ ਵਿੱਚ ਵੀ ਅਨੇਕਾਂ ਹੀ ਮਹੀਨ ਸੂਖਮ ਜੀਵ ਹੋਣਗੇ ਜਿਹੜੇ ਜੰਮਦੇ ਜਾਂ ਮਰਦੇ ਰਹਿਣਗੇ। ਸਾਡੇ ਮੁੱਖ ਦੇ ਵਿੱਚ ਵੀ ਅਜਿਹੇ ਅਨੇਕਾਂ ਹੀ ਬੈਕਟੀਰੀਆ ਹੋਣੇ ਨੇ, ਸਾਡੇ ਕੰਨਾਂ ਦੇ ਵਿੱਚ ਵੀ ਹੋਣੇ ਨੇ। ਜਦ ਅਸੀਂ ਉੱਠਦੇ ਬੈਠਦੇ ਹਾਂ ਤਾਂ ਅਨੇਕਾਂ ਹੀ ਜੀਵਾਂ ਨੂੰ ਅਸੀਂ ਖਤਮ ਕਰਦੇ ਹੋ ਸਕਦੇ ਹਾਂ। ਸਾਡੀ ਰਸੋਈ ਦੇ ਵਿੱਚ ਬਹੁਤ ਕੁਝ ਪਿਆ ਹੈ, ਖਾਣ ਪੀਣ ਦਾ ਸਮਾਨ, ਉਹਦੇ ਵਿੱਚ ਵੀ ਇਦਾਂ ਦੇ ਸੂਖਮ ਜੀਵ ਬਥੇਰੇ ਨੇ। ਦਹੀਂ ਅਤੇ ਪਿਆਜ਼ ਦੇ ਵਿੱਚ ਤੇ ਖੁਦ ਆਪਣੀਆਂ ਅੱਖਾਂ ਦੇ ਨਾਲ ਅਸੀਂ ਵੇਖੇ ਹੋਏ ਨੇ, ਸਕੂਲ ਦੇ ਸਮੇਂ 'ਚ ਪ੍ਰਯੋਗਸ਼ਾਲਾ ਦੇ ਵਿੱਚ ਸਾਨੂੰ ਦਿਖਾਏ ਜਾਂਦੇ ਸਨ। ਤੇ ਇਸੇ ਪ੍ਰਕਾਰ ਬਾਕੀ ਜੋ ਖਾਣੇ ਦਾਣੇ ਪਏ ਨੇ, ਇੰਨੇ ਬਰੀਕ, ਇੰਨੇ ਸੂਖਮ ਜੀਵ ਪਤਾ ਨਹੀਂ ਕਿੰਨੇ ਕੁ ਹੁੰਦੇ ਹੋਣਗੇ। ਤਾਂ ਕਬੀਰ ਜੀ ਕਹਿੰਦੇ ਕਿ ਫਿਰ ਤੇ ਸਾਡੀਆਂ ਅੱਖਾਂ ਦੇ ਵਿੱਚ, ਸਾਡੇ ਬੋਲਣ ਦੇ ਨਾਲ, ਸਾਡੇ ਕੰਨਾਂ ਦੇ ਵਿੱਚ, ਸਾਡੇ ਉੱਠਣ ਬੈਠਣ ਨਾਲ, ਸਾਡੀ ਰਸੋਈ ਦੇ ਵਿੱਚ ਜੀਵ ਜੰਮ ਮਰ ਰਹੇ। ਤੇ ਇਹਦਾ ਮਤਲਬ ਸਾਡੇ ਆਪ ਦਾ ਸਰੀਰ ਵੀ ਸੂਤਕ ਦੇ ਵਿੱਚ ਰਿਹਾ ਹੋਇਆ, ਸਾਡੀ ਰਸੋਈ ਵੀ ਸੂਤਕ ਦੇ ਵਿੱਚ ਹੋਈ, ਉਹ ਵੀ ਨਿਰੰਤਰ ਸੂਤਕ ਦੇ ਵਿੱਚ। ਅਜਿਹਾ ਸੂਤਕ ਜੋ ਕਦੇ ਖਤਮ ਹੋ ਹੀ ਨਹੀਂ ਸਕਦਾ। ਇਹ ਤੇ ਨਿਰੰਤਰ ਹੀ ਅਪਵਿੱਤਰਤਾ ਹੋ ਗਈ। ਤਾਂ ਇੱਕ ਤਰਕ ਦਿੱਤਾ ਹੈ ਕਬੀਰ ਜੀ ਨੇ ਸੂਤਕ ਦੇ ਵਹਿਮ ਦੇ ਖਿਲਾਫ। ਮੇਰੇ ਧਿਆਨ ਦੇ ਵਿੱਚ ਨਹੀਂ ਹੋ ਸਕਦਾ ਇਸ ਸੂਤਕ ਦੇ ਲਈ ਕੋਈ ਉਪਾਅ ਵਗੈਰਾ ਵੀ ਪੰਡਤ ਦੱਸਦੇ ਹੋ, ਜੇ ਹੈ ਤਾਂ ਫਿਰ ਇਹਦਾ ਮਤਲਬ ਤੇ ਉਹ ਉਪਾਅ ਸਾਨੂੰ ਹਰ ਵਕਤ ਹੀ ਕਰਦੇ ਰਹਿਣਾ ਪਏਗਾ, ਨਹੀਂ ਤੇ ਫਿਰ ਅਸੀਂ ਅਪਵਿੱਤਰਤਾ ਦੇ ਵਿੱਚ ਹੀ ਰਵਾਂਗੇ। ਤੇ ਜੇ ਹੈ ਵਾਕਈ ਅਜਿਹਾ ਕੋਈ ਉਪਾਅ ਤੇ ਉਹਨੂੰ ਹਰ ਵਕਤ ਕਰਦੇ ਰਹਿਣਾ ਤੇ ਸੰਭਵ ਨਹੀਂ ਹੋ ਸਕਦਾ। ਫਾਸਨ ਕੀ ਵਿਦ ਸਭ ਕੋ ਜਾਣੈ, ਛੂਟਨ ਕੀ ਇੱਕ ਕੋਈ। ਇਸ ਪ੍ਰਕਾਰ ਦੇ ਵਹਿਮਾਂ ਭਰਮਾਂ ਦੇ ਵਿੱਚ ਫਸਣ ਦਾ ਢੰਗ ਹਰ ਕੋਈ ਜਾਣਦਾ ਹੈ, ਪਰ ਇਹਨਾਂ ਦੇ ਵਿੱਚੋਂ ਬਾਹਰ ਆਉਣ ਦਾ, ਇਹਨਾਂ ਤੋਂ ਮੁਕਤੀ, ਇਹਨਾਂ ਤੋਂ ਖਲਾਸੀ ਪਾਉਣ ਦਾ ਢੰਗ ਕਿਸੇ ਵਿਰਲੇ ਨੂੰ ਹੀ ਪਤਾ ਹੈ। ਤੇ ਉਹ ਢੰਗ ਕਿਹੜਾ ਹੈ? ਕਹਿ ਕਬੀਰ ਰਾਮ ਹਿਰਦੈ ਵਿਚਾਰੈ, ਸੂਤਕ ਤਿਨੈ ਨਾ ਹੋਈ। ਕਬੀਰ ਜੀ ਕਹਿੰਦੇ ਕਿ ਆਪਣੇ ਹਿਰਦੇ ਦੇ ਵਿੱਚ ਪ੍ਰਮਾਤਮਾ ਨੂੰ ਵਸਾ ਲਓ, ਪ੍ਰਮਾਤਮਾ ਨੂੰ ਸਿਮਰ ਲਓ, ਤੁਹਾਨੂੰ ਕਿਸੇ ਵੀ ਪ੍ਰਕਾਰ ਦਾ ਕੋਈ ਸੂਤਕ ਨਹੀਂ ਲੱਗੇਗਾ, ਕੋਈ ਅਪਵਿੱਤਰਤਾ ਨਹੀਂ ਹੋਏਗੀ। ਗੌੜੀ ਝਗਰਾ ਏਕ ਨਿਬੇਰੋ ਰਾਮ, ਜੋ ਤੁਮ ਆਪਣੇ ਜਨ ਸੌ ਕਾਮ ਰਹਾਓ। हे ਪ੍ਰਭੂ, ਜੇ ਤੈਨੂੰ ਆਪਣੇ ਸੇਵਕ ਨਾਲ ਕੰਮ ਹੈ, ਭਾਵ ਕਿ ਜੇ ਤੂੰ ਮੈਨੂੰ ਆਪਣੇ ਚਰਨਾਂ ਨਾਲ ਜੋੜਨਾ ਚਾਹੁੰਦਾ ਹੈ, ਕਿਉਂਕਿ ਗੱਲ ਇਹ ਹੈ ਕਿ ਜੇ ਜੀਵ ਤੇ ਛੱਡ ਦਈਏ ਤੇ ਜੀਵ ਤੇ ਮਨਮੁਖ ਹੋ ਜਾਂਦਾ, ਉਹ ਤੇ ਪ੍ਰਮਾਤਮਾ ਨੂੰ ਟਿੱਚ ਜਾਣਨ ਲੱਗਦਾ। ਤਾਂ ਕਬੀਰ ਜੀ ਇੱਥੇ ਪ੍ਰਮਾਤਮਾ ਨੂੰ ਇਹ ਸਵਾਲ ਪੁੱਛ ਰਹੇ ਨੇ ਕਿ ਜੇ ਤੁਹਾਨੂੰ ਮੇਰੇ ਨਾਲ ਕੰਮ ਹੈ ਕਿ हे ਪ੍ਰਮਾਤਮਾ, ਜੇ ਤੂੰ ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜੀ ਰੱਖਣਾ ਚਾਹੁੰਦਾ ਹੈ ਤਾਂ ਮੇਰਾ ਇੱਕ ਵੱਡਾ ਸ਼ੰਕਾ ਦੂਰ ਕਰ ਦੇ, ਕਿਉਂਕਿ ਇਹ ਸ਼ੰਕਾ ਮੈਨੂੰ ਤੇਰੇ ਨਾਲ ਜੁੜਨ ਨਹੀਂ ਦੇਗਾ। ਤੇ ਅਗਲੀਆਂ ਪੰਕਤੀਆਂ ਦੇ ਵਿੱਚ ਕਈ ਸਾਰੇ ਸਵਾਲ ਪੁੱਛਦੇ। ਇਹ ਮਨ ਵੱਡਾ ਕਿ ਜਾ ਸੌ ਮਨ ਮਾਨਿਆ। ਕਹਿੰਦੇ ਇਹ ਮਨ ਬਲਵਾਨ ਹੈ, ਮਨ ਵੱਡਾ ਹੈ ਕਿ ਉਹ ਪ੍ਰਮਾਤਮਾ ਵੱਡਾ ਜਿਹਦੇ ਨਾਲ ਇਹ ਮਨ ਪਤੀਜ ਜਾਂਦਾ, ਜਿਹਦੇ ਪ੍ਰੇਮ ਦੇ ਵਿੱਚ ਇਹ ਮਨ ਲੱਗ ਜਾਂਦਾ, ਜੁੜ ਜਾਂਦਾ। ਰਾਮ ਵੱਡਾ ਕਹਿ ਰਾਮੈ ਜਾਣਿਆ। ਪ੍ਰਮਾਤਮਾ ਆਪ ਵੱਡਾ ਹੈ ਜਾਂ ਜਿਸ ਨੇ ਪ੍ਰਮਾਤਮਾ ਨੂੰ ਪਛਾਣ ਲਿਆ ਉਹ ਵੱਡਾ ਹੈ। ਬ੍ਰਹਮਾ ਵੱਡਾ ਕਿ ਜਾਸ ਉਪਾਇਆ। ਬ੍ਰਹਮਾ ਵੱਡਾ ਹੈ ਕਿ ਜਿਸ ਨੇ ਬ੍ਰਹਮਾ ਨੂੰ ਉਪਾਇਆ ਹੈ, ਜਿਸ ਨੇ ਬ੍ਰਹਮਾ ਨੂੰ ਪੈਦਾ ਕੀਤਾ ਹੈ, ਉਹ ਵੱਡਾ ਹੈ। ਵੇਦ ਵੱਡਾ ਕਿ ਜਹਾਂ ਤੇ ਆਇਆ। ਵੇਦ ਆਦਿਕ ਧਾਰਮਿਕ ਪੁਸਤਕਾਂ ਵੱਡੀਆਂ ਨੇ ਜਾਂ ਜਿੱਥੋਂ ਇਹ ਪੁਸਤਕਾਂ ਬਣੀਆਂ ਨੇ ਉਹ ਵੱਡੇ ਨੇ, ਭਾਵ ਕਿ ਇਹ ਗਿਆਨ ਜਿੱਥੋਂ ਆਇਆ ਹੈ, ਜਿੱਥੋਂ ਮਿਲਿਆ ਹੈ, ਉਹ ਵੱਡਾ। ਕਹਿ ਕਬੀਰ ਹਉ ਭਇਆ ਉਦਾਸ, ਤੀਰਥ ਵੱਡਾ ਕਿ ਹਰਿ ਕਾ ਦਾਸ। ਕਬੀਰ ਆਖਦਾ ਹੈ ਮੇਰੇ ਮਨ ਵਿੱਚ ਇਹ ਸ਼ੱਕ ਉੱਠ ਰਿਹਾ ਹੈ ਕਿ ਤੀਰਥ ਅਸਥਾਨ, ਧਰਮ ਅਸਥਾਨ ਪੂਜਣ ਯੋਗ ਹੈ, ਵੱਡਾ ਹੈ, ਜਾਂ ਪ੍ਰਭੂ ਦਾ ਉਹ ਭਗਤ ਪੂਜਣ ਯੋਗ ਹੈ ਜਿਸ ਨੇ ਤੀਰਥ ਅਸਥਾਨ ਬਣਾਇਆ ਹੈ। ਇਹਨਾਂ ਸਾਰੇ ਹੀ ਸਵਾਲਾਂ ਨੂੰ ਪੁੱਛਣ ਤੇ ਪਿੱਛੇ ਇੱਕ ਸਿੱਖਿਆ ਛੁਪੀ ਹੋਈ ਹੈ, ਉਹ ਇਹ ਹੈ ਕਿ ਸਭ ਤੋਂ ਵੱਡਾ ਪ੍ਰਮਾਤਮਾ ਹੈ। ਤੁਸੀਂ ਪ੍ਰਮਾਤਮਾ ਨੂੰ ਕਿਸੇ ਹੋਰ ਨਾਮ ਦੇ ਨਾਲ ਬੁਲਾਉਣਾ ਚਾਹੁੰਦੇ ਹੋ, ਬੇਸ਼ੱਕ ਬੁਲਾ ਲਓ, ਪਰ ਸਭ ਤੋਂ ਵੱਡੀ ਉਹ ਸ਼ਕਤੀ ਹੈ ਜਿਸ ਨੇ ਸਭ ਕੁਝ ਬਣਾਇਆ। ਜੇ ਅਸੀਂ ਧਾਰਮਿਕ ਪੁਸਤਕਾਂ ਦੀ ਗੱਲ ਕਰੀਏ ਤਾਂ ਇਨਸਾਨਾਂ ਨੇ ਲਿਖੀਆਂ ਨੇ, ਪਰ ਇਨਸਾਨ ਨੂੰ ਕਿਹਨੇ ਬਣਾਇਆ? ਉਸ ਸ਼ਕਤੀ ਨੇ ਜਿਹਨੇ ਇਹ ਸਾਰੀ ਸ੍ਰਿਸ਼ਟੀ ਬਣਾਈ, ਉਹਨੇ ਇਨਸਾਨ ਨੂੰ ਵੀ ਬਣਾਇਆ। ਇਨਸਾਨ ਦੇ ਮਨ ਦੇ ਵਿੱਚ
ਉਹ ਗਿਆਨ ਜੋ ਉਹਨੇ ਕਾਪੀ ਤੇ ਲਿਖ ਦਿੱਤਾ, ਕਿਤਾਬ ਦੇ ਵਿੱਚ ਲਿਖ ਦਿੱਤਾ, ਉਹ ਗਿਆਨ ਇਨਸਾਨ ਦੇ ਮਨ ਵਿੱਚ ਕਿਹਨੇ ਪਾਇਆ? ਉਸ ਸ਼ਕਤੀ ਨੇ ਜਿਹਨੇ ਸ੍ਰਿਸ਼ਟੀ ਬਣਾਈ। ਅਸੀਂ ਉਹਨੂੰ ਇੱਥੇ ਪ੍ਰਮਾਤਮਾ ਦੇ ਨਾਮ ਨਾਲ ਹੀ ਸੰਬੋਧਨ ਕਰਾਂਗੇ। ਇਸੇ ਪ੍ਰਕਾਰ ਹੀ ਤੀਰਥ ਸਥਾਨ ਦੀ ਗੱਲ ਲੈ ਲਈਏ। ਇਹ ਜੋ ਤੀਰਥ ਸਥਾਨ ਹਨ, ਇਹ ਕਿਹਨੇ ਬਣਾਏ? ਕਿਹਨੇ ਕਿਹਾ ਕਿ ਇਹ ਸਥਾਨ ਪੂਜਣਯੋਗ ਹੈ? ਇਨਸਾਨ ਨੇ। ਤੇ ਇਨਸਾਨ ਨੂੰ ਕਿਹਨੇ ਬਣਾਇਆ? ਪ੍ਰਮਾਤਮਾ ਨੇ। ਸੋ ਕੋਈ ਵੀ ਵਰਤਾਰਾ, ਕੋਈ ਵੀ ਵਸਤੂ, ਕੋਈ ਵੀ ਜੀਵ, ਕੁਝ ਵੀ ਲੈ ਲਵੋ ਇਸ ਸ੍ਰਿਸ਼ਟੀ ਦੇ ਵਿੱਚ, ਤੇ ਜੇ ਤੁਸੀਂ ਲੱਭਦੇ ਲੱਭਦੇ ਉੱਪਰ ਨੂੰ ਜਾਂਦੇ ਜਾਓਗੇ ਕਿ ਠੀਕ ਹੈ ਆਹ ਚੀਜ਼ ਇਹਨੇ ਬਣਾਈ, ਓਕੇ, ਇਹਨੂੰ ਇਹਨੇ ਬਣਾਇਆ, ਇਹਨੂੰ ਇਹਨੇ ਬਣਾਇਆ, ਤੇ ਅਖੀਰ ਤੇ ਆ ਕੇ ਗੱਲ ਇੱਥੇ ਹੀ ਮੁੱਕਣੀ ਆ ਕਿ ਇਹਨੂੰ ਪ੍ਰਮਾਤਮਾ ਨੇ ਬਣਾਇਆ। ਇਦੋਂ ਅੱਗੇ ਜਾ ਨਹੀਂ ਸਕਦੇ ਕਿ ਪ੍ਰਮਾਤਮਾ ਨੂੰ ਕਿਹਨੇ ਬਣਾਇਆ, ਕਿਉਂਕਿ ਉਸ ਸ਼ਕਤੀ ਨੂੰ ਹੀ ਪ੍ਰਮਾਤਮਾ ਕਹਿੰਦੇ ਹਾਂ ਜਿਸ ਨੇ ਸਭ ਕੁਝ ਬਣਾਇਆ ਹੈ, ਜੋ ਆਪਣੇ ਆਪ ਤੋਂ ਬਣੀ ਹੈ ਤੇ ਜਿਨੇ ਸਭ ਕੁਝ ਬਣਾ ਦਿੱਤਾ ਹੈ, ਉਸੇ ਨੂੰ ਤੇ ਅਸੀਂ ਪ੍ਰਮਾਤਮਾ ਕਹਿੰਦੇ ਹਾਂ। ਉਦੋਂ ਉੱਪਰ ਅਸੀਂ ਜਾ ਨਹੀਂ ਸਕਦੇ ਕਿ ਪ੍ਰਮਾਤਮਾ ਨੂੰ ਕਿਹਨੇ ਬਣਾਇਆ। ਉਹਨੇ ਆਪਣੇ ਆਪ ਨੇ ਹੀ ਆਪਣੇ ਆਪ ਨੂੰ ਬਣਾਇਆ। ਸੋ ਇਹ ਸਿੱਖਿਆ ਇਸ ਵਾਲੇ ਸ਼ਬਦ ਦੇ ਵਿੱਚੋਂ ਅਸੀਂ ਲੈਣੀ ਹੈ ਕਿ ਸਭ ਤੋਂ ਵੱਡਾ ਅਸਲ ਦੇ ਵਿੱਚ ਪ੍ਰਮਾਤਮਾ ਹੀ ਹੈ। ਰਾਗ ਗੌੜੀ ਚੇਤੀ। ਦੇਖੋ ਭਾਈ ਗਿਆਨ ਕੀ ਆਈ ਆਂਦੀ, ਸਭੈ ਉਡਾਨੀ ਭਰਮ ਕੀ ਟਾਟੀ, ਰਹੈ ਨਾ ਮਾਇਆ ਬਾਂਦੀ ਰਹਾਓ। ਹੇ ਸੱਜਣ ਵੇਖ, ਜਦੋਂ ਗਿਆਨ ਦੀ ਹਨੇਰੀ ਆਉਂਦੀ ਹੈ ਤਾਂ ਭਰਮ ਵਹਿਮ ਦਾ ਛੱਪਰ ਸਾਰੇ ਦਾ ਸਾਰਾ ਉੱਡ ਜਾਂਦਾ ਹੈ। ਮਾਇਆ ਦੇ ਆਸਰੇ ਖਲੋਤਾ ਹੋਇਆ ਇਹ ਛੱਪਰ ਗਿਆਨ ਦੀ ਹਨੇਰੀ ਅੱਗੇ ਟਿਕਿਆ ਨਹੀਂ ਰਹਿ ਸਕਦਾ। ਦੁਚਿੱਤੇ ਕੀ ਦੁਇ ਥੂਨ ਗਿਰਾਨੀ, ਮੋਹ ਬਲੇਡਾ ਟੂਟਾ, ਤਿਸਨਾ ਸ਼ਾਨ ਪਰੀ ਧਰ ਉੱਪਰ, ਦੁਰਮਤ ਭਾਂਡਾ ਫੂਟਾ। ਇੱਥੇ ਇੱਕ ਇਮਾਰਤ ਦੀ ਉਦਾਹਰਣ ਲੈ ਕੇ ਕਬੀਰ ਜੀ ਸਾਨੂੰ ਗੱਲ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਦੁਚਿੱਤੇ ਦੀ ਗੱਲ ਹੋ ਰਹੀ ਹੈ। ਜਿਹੜਾ ਇਨਸਾਨ ਦਵੈਤ ਦੇ ਵਿੱਚ ਰਹਿੰਦਾ ਹੈ, ਉਹ ਪ੍ਰਮਾਤਮਾ ਨੂੰ ਛੱਡ ਕੇ ਦੂਜੇ ਦਾ ਆਸਰਾ ਤੱਕਦਾ ਹੈ। ਉਹ ਜੋ ਦੂਜਾ ਹੈ ਉਹ ਕਦੇ ਕੋਈ ਤੇ ਕਦੇ ਕੋਈ। ਸੋ ਜੋ ਦੁਚਿੱਤੇ ਦਾ ਮਨ ਹੈ, ਦਵੈਤ ਦੇ ਵਿੱਚ ਫਸੇ ਹੋਏ ਮਨੁੱਖ ਦਾ ਮਨ ਹੈ, ਉਹ ਮੰਨ ਲਓ ਇੱਕ ਕੱਚੀ ਪਿੱਲੀ ਇਮਾਰਤ ਵਰਗਾ ਹੈ। ਉਸ ਇਮਾਰਤ ਦੀਆਂ ਥੰਮੀਆਂ ਵੀ ਹਨ, ਥੰਮੀਆਂ ਦੇ ਉੱਪਰ ਵਲੇ ਪਏ ਹੋਏ ਹਨ, ਭਾਵ ਜਿਵੇਂ ਬੀਮ ਕਹਿ ਲਈਏ, ਤੇ ਉਹਨਾਂ ਬੀਮਾਂ ਦੇ ਉੱਪਰ ਛੱਪਰ ਹੈ, ਛੱਤ ਹੈ। ਜੋ ਦਵੈਤ ਦੇ ਵਿੱਚ ਫਸਿਆ ਹੋਇਆ ਮਨੁੱਖ ਹੈ, ਉਹਦੇ ਲਈ ਉਹਦੀ ਦਵੈਤ ਹੀ ਥੰਮੀ ਹੈ। ਮਾਇਆ ਦਾ ਮੋਹ ਉਹਦੇ ਲਈ ਉਸ ਥੰਮੀਆਂ ਦੇ ਉੱਪਰ ਟਿਕਿਆ ਹੋਇਆ ਵਲਾ ਜਾਣੀ ਕਿ ਬੀਮ ਹੈ। ਮਾਇਆ ਦੀ ਤ੍ਰਿਸ਼ਨਾ ਉਸਨਾਂ ਬੀਮਾਂ ਦੇ ਉੱਪਰ ਟਿਕਿਆ ਹੋਇਆ ਛੱਪਰ ਹੈ। ਜਦੋਂ ਗਿਆਨ ਦੀ ਹਨੇਰੀ ਵਗਦੀ ਹੈ ਤਾਂ ਦਵੈਤ ਵਾਲੀ ਥੰਮੀ ਵੀ ਡਿੱਗ ਪੈਂਦੀ ਹੈ, ਮੋਹ ਰੂਪ ਵਾਲਾ ਵਲਾ ਵੀ ਟੁੱਟ ਜਾਂਦਾ ਹੈ, ਤੇ ਤ੍ਰਿਸ਼ਨਾ ਰੂਪ ਛੱਪਰ ਧਰਤੀ ਤੇ ਆ ਡਿੱਗਦਾ ਹੈ। ਦੁਚਿੱਤੇ ਕੀ ਦੁਇ ਥੂਨ ਗਿਰਾਨੀ, ਮੋਹ ਬਲੇਡਾ ਟੁੱਟਾ, ਤਿਸ਼ਨਾ ਸ਼ਾਰ ਪਰੀ ਧਰ ਉੱਪਰ। ਧਰ ਤੋਂ ਭਾਵ ਧਰਤੀ। ਦੁਰਮਤ ਭਾਂਡਾ ਫੂਟਾ, ਉਹਦਾ ਕੁਚੱਜੀ ਮਤ ਦਾ ਭਾਂਡਾ ਭੱਜ ਜਾਂਦਾ ਹੈ। ਭਾਂਡਾ ਭੱਜ ਜਾਣਾ ਇੱਕ ਅਖਾਣ ਹੈ, ਕਹਾਵਤ ਹੈ, ਜਿਸ ਦਾ ਅਰਥ ਹੈ ਕੁਝ ਖਤਮ ਹੋ ਜਾਣਾ, ਕੋਈ ਵਿਉਂਤ ਖਤਮ ਹੋ ਜਾਣੀ, ਕੋਈ ਵਿਉਂਤ ਟੁੱਟ ਜਾਣੀ, ਜੀਵਨ ਦਾ ਤੌਰ ਤਰੀਕਾ ਹੀ ਖਤਮ ਹੋ ਜਾਣਾ। ਸੋ ਇੱਕ ਕੱਚੀ ਪਿੱਲੀ ਇਮਾਰਤ ਦੀ ਉਦਾਹਰਣ ਦੇ ਨਾਲ ਕਬੀਰ ਜੀ ਨੇ ਸਾਨੂੰ ਵਹਿਮਾਂ ਭਰਮਾਂ ਦੇ ਵਿੱਚ ਫਸੇ ਮਨੁੱਖ ਦੀ ਮਾਨਸਿਕ ਹਾਲਤ ਬਾਰੇ ਵੀ ਦੱਸ ਦਿੱਤਾ, ਤੇ ਗਿਆਨ ਦੀ ਹਨੇਰੀ ਦੇ ਨਾਲ ਕੀ ਹੁੰਦਾ ਹੈ ਇਹ ਵੀ ਦੱਸ ਦਿੱਤਾ। ਆਂਦੀ ਪਾਛੇ ਜੋ ਜਲ ਵਰਖੈ, ਤਿਹ ਤੇਰਾ ਜਨ ਭੀਨਾ। ਅਕਸਰ ਜਦੋਂ ਹਨੇਰੀ ਆਉਂਦੀ ਹੈ ਤੇ ਹਨੇਰੀ ਤੋਂ ਬਾਅਦ ਮੀਂਹ ਵੀ ਪੈ ਜਾਂਦਾ ਹੈ, ਤੇ ਉਸੇ ਉਦਾਹਰਨ ਨੂੰ ਅੱਗੇ ਵੀ ਜਾਰੀ ਰੱਖਦੇ ਹੋਏ ਕਬੀਰ ਜੀ ਕਹਿੰਦੇ ਕਿ ਹਨੇਰੀ ਤੋਂ ਬਾਅਦ ਜੋ ਮੀਂਹ ਵਰਦਾ ਹੈ, ਤੇਰਾ ਭਗਤ ਜੋ ਹੈ ਉਸ ਮੀਂਹ ਦੇ ਵਿੱਚ ਭਿੱਜ ਜਾਂਦਾ ਹੈ। ਕਹਿ ਕਬੀਰ ਮਨ ਭਇਆ ਪ੍ਰਗਾਸਾ, ਉਦੈ ਭਾਨ ਜਬ ਚੀਨਾ। ਜਿਉਂ-ਜਿਉਂ ਤੇਰਾ ਭਗਤ ਤੇਰੇ ਮੀਂਹ ਦੇ ਵਿੱਚ, ਨਾਮ ਰੂਪੀ ਵਰਖਾ ਦੇ ਵਿੱਚ ਭਿੱਜਦਾ ਜਾਂਦਾ ਹੈ, ਉਹਦਾ ਮਨ ਸ਼ਾਂਤ ਹੁੰਦਾ ਜਾਂਦਾ ਹੈ। ਉਹਦੇ ਅੰਦਰ ਤੇਰੇ ਨਾਮ ਦਾ ਸੂਰਜ ਚੜ੍ਹਦਾ ਜਾਂਦਾ ਹੈ, ਤੇ ਉਹਦੇ ਮਨ ਵਿੱਚ ਚਾਨਣ ਹੀ ਚਾਨਣ ਹੋ ਜਾਂਦਾ ਹੈ। ਸ਼ੁਰੂਆਤ ਸਾਰੇ ਕਾਸੇ ਦੀ ਕਿੱਥੋਂ ਹੋਈ? ਗਿਆਨ ਤੋਂ। ਇਹ ਗੱਲ ਚੇਤੇ ਦੇ ਵਿੱਚ ਰੱਖਣੀ ਜ਼ਰੂਰੀ ਹੈ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 331ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਅੱਜ ਦੀ ਬਾਣੀ ਦੇ ਵਿੱਚ ਵੀ ਅਸੀਂ ਭਗਤ ਕਬੀਰ ਜੀ ਹੋਰਾਂ ਦੀ ਲਿਖੀ ਹੋਈ ਬਾਣੀ ਪੜ੍ਹੀ ਹੈ। ਪਹਿਲੇ ਸ਼ਬਦ ਦੇ ਵਿੱਚ ਕਬੀਰ ਜੀ ਨੇ ਸਾਨੂੰ ਇਹ ਸਮਝਾਇਆ ਕਿ ਇੱਥੇ ਅਸੀਂ ਕੋਈ ਵੀ ਇੱਕ ਦੂਜੇ ਦੇ ਨਹੀਂ, ਕੋਈ ਕਿਸੇ ਦਾ ਪਿਓ ਨਹੀਂ, ਪੁੱਤਰ ਨਹੀਂ, ਪਤਨੀ ਨਹੀਂ, ਪਤੀ ਨਹੀਂ, ਬਲਕਿ ਅਸੀਂ ਸਾਰੇ ਹੀ ਉਸ ਪ੍ਰਮਾਤਮਾ ਦੇ ਭੇਜੇ ਹੋਏ ਹਾਂ। ਅਸੀਂ ਸਾਰੇ ਹੀ ਉਸ ਪ੍ਰਮਾਤਮਾ ਦੇ ਹਾਂ। ਇਹ ਸਾਰੀ ਖੇਡ ਉਸ ਪ੍ਰਮਾਤਮਾ ਦੀ ਰਚੀ ਹੋਈ ਹੈ। ਪ੍ਰਮਾਤਮਾ ਹੀ ਸਾਨੂੰ
ਮੋਹ ਦੀ ਠੱਗ ਬੂਟੀ ਦੇ ਵਿੱਚ ਫਸਾਈ ਰੱਖਦਾ ਹੈ ਤੇ ਪ੍ਰਮਾਤਮਾ ਆਪਣੀ ਮਿਹਰ ਦੇ ਨਾਲ ਹੀ ਸਾਨੂੰ ਇਹਦੇ ਵਿੱਚੋਂ ਕੱਢਦਾ ਹੈ, ਆਪਣਾ ਨਾਮ ਬਖਸ਼ਦਾ ਹੈ, ਆਪਣੀ ਭਗਤੀ ਬਖਸ਼ਦਾ ਹੈ। ਅਗਲੇ ਸ਼ਬਦ ਦੇ ਵਿੱਚ ਸੂਤਕ ਦੀ ਗੱਲ ਕਰਦੇ ਹੋਏ ਕਬੀਰ ਜੀ ਨੇ ਦੱਸਿਆ ਕਿ ਜੇ ਸੂਤਕ ਵਾਲੀ ਗੱਲ ਸੱਚ ਹੈ ਤਾਂ ਫਿਰ ਤੇ ਹਰ ਥਾਂ ਹੀ ਅਪਵਿੱਤਰ ਹੋਈ, ਸਾਡਾ ਸਰੀਰ ਵੀ ਅਪਵਿੱਤਰ ਹੋਇਆ ਤੇ ਇਹਨੂੰ ਕਦੇ ਵੀ ਅਸੀਂ ਪਵਿੱਤਰ ਫਿਰ ਕਰ ਨਹੀਂ ਪਾਵਾਂਗੇ। ਤਾਂ ਉਸ ਪ੍ਰਕਿਰਿਆ ਦਾ, ਉਸ ਵਰਤਾਰੇ ਦਾ ਖੰਡਨ ਕਬੀਰ ਜੀ ਨੇ ਕੀਤਾ। ਫਿਰ ਕਬੀਰ ਜੀ ਨੇ ਪ੍ਰਮਾਤਮਾ ਤੋਂ ਹੀ ਸਵਾਲ ਪੁੱਛੇ, ਕਈ ਸਾਰੇ ਸਵਾਲ ਪੁੱਛੇ ਤੇ ਉਹਨਾਂ ਸਵਾਲਾਂ ਦੇ ਰਾਹੀਂ ਸਾਨੂੰ ਇਹ ਸਮਝਾਉਣਾ ਕੀਤਾ ਕਿ ਸਭ ਤੋਂ ਵੱਡਾ ਪ੍ਰਮਾਤਮਾ ਹੈ ਤੇ ਆਖਰ ਵਾਲੇ ਸ਼ਬਦ ਦੇ ਵਿੱਚ ਗਿਆਨ ਦੀ ਗੱਲ ਕੀਤੀ ਕਿ ਕਿਸ ਪ੍ਰਕਾਰ ਗਿਆਨ ਵਹਿਮਾਂ ਭਰਮਾਂ ਦੇ ਵਿੱਚ ਫਸੇ ਹੋਏ ਮਨੁੱਖ ਦੇ ਅੰਦਰ ਚਾਨਣ ਕਰ ਦਿੰਦਾ ਹੈ, ਉਹਦੇ ਵਹਿਮ ਭਰਮ ਦੂਰ ਕਰ ਦਿੰਦਾ ਹੈ, ਵਹਿਮਾਂ ਭਰਮਾਂ ਦਾ ਮਕਾਨ ਉਹਦਾ ਢਾਹ ਦਿੰਦਾ ਹੈ। ਅਸੀਂ ਸਾਰੇ ਗੁਰਬਾਣੀ ਦੇ ਲੜ ਲੱਗੇ ਹੋਏ ਹਾਂ, ਗਿਆਨ ਦੇ ਲੜ ਲੱਗੇ ਹੋਏ ਹਾਂ। ਸਾਡੇ ਮਨਾਂ ਦੇ ਅੰਦਰ ਗੁਰਬਾਣੀ ਦੇ ਲੜ ਲੱਗਣ ਤੋਂ ਪਹਿਲਾਂ ਜੋ ਵੀ ਵਹਿਮਾਂ ਭਰਮਾਂ ਦੇ ਮਕਾਨ ਸਨ, ਮੈਨੂੰ ਉਮੀਦ ਹੈ ਕਿ ਹੁਣ ਤੱਕ ਢੱਠ ਚੁੱਕੇ ਹੋਣਗੇ। ਗੁਰਬਾਣੀ ਗਿਆਨ ਦੀ ਉਹ ਆਂਧੀ ਹੈ, ਗਿਆਨ ਦੀ ਉਹ ਹਨੇਰੀ ਹੈ ਜਿਸ ਦੀ ਗੱਲ ਕਬੀਰ ਜੀ ਆਪਣੇ ਸ਼ਬਦ ਦੇ ਵਿੱਚ ਕਰਦੇ ਨੇ। ਜੇ ਹਾਲੇ ਸਾਡੇ ਮਕਾਨ ਨਹੀਂ ਵੀ ਢਏ ਤੇ ਇਹ ਹਨੇਰੀ ਨੂੰ ਅਸੀਂ ਇੱਦਾਂ ਹੀ ਚਲਾਈ ਰੱਖੀਏ ਤੇ ਸਾਡੇ ਅੰਦਰੋਂ ਵਹਿਮਾਂ ਭਰਮਾਂ ਦੇ ਦੁਚਿੱਤੀ ਦੇ ਮਕਾਨ ਜ਼ਰੂਰ ਢਹਿ ਜਾਣਗੇ। ਇੱਥੇ ਹੀ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।